ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ 8ਵੀਂ ਅਸ਼ਟਪਦੀ ਦੇ 8ਵੇਂ ਅਤੇ ਅਖੀਰਲੇ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸਾਰੇ ਅਸ਼ਟਪਦੀ ਦੇ ਅੰਦਰ ਆਪਾਂ ਬ੍ਰਹਮ ਗਿਆਨੀ ਦੇ ਲੱਛਣ ਅਤੇ ਬ੍ਰਹਮ ਦੀ ਅਵਸਥਾ ਰੱਖਣ ਵਾਲੇ ਜਿਹੜੇ ਜਗਿਆਸੂ ਆ, ਉਸ ਪਰਮਾਤਮਾ ਦੇ ਪਿਆਰੇ ਨੇ, ਹਰੀ ਦੇ ਸੰਤ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਗੁਰੂ ਮਤ ਦੁਆਰਾ ਧਾਰਨ ਕਰਕੇ ਉਸ ਦੀ ਪ੍ਰਾਪਤੀ ਕੀਤੀ। ਜਿਹੜੇ ਉਸ ਬ੍ਰਹਮ ਦੇ ਅੰਦਰ ਅਭੇਦ ਹੋਏ, ਉਹਨਾਂ ਦੀ ਉਸਤਤ ਕਰ ਰਹੇ ਹੈ। ਅੱਜ ਦੇ ਪਦੇ ਦੇ ਅੰਦਰ ਪਾਤਸ਼ਾਹ ਇੰਨੀ ਵਡਿਆਈ ਦੇ ਰਹੇ ਆ ਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਦੀ ਅਵਸਥਾ ਰੱਖਣ ਵਾਲੇ ਜਗਿਆਸੂਆਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਸ ਪਰਮਾਤਮਾ ਦਾ ਰੂਪ ਦੱਸ ਕੇ ਉਹਨਾਂ ਦੀ ਵਡਿਆਈ ਕਰ ਰਹੇ ਹੈ। ਕਿਉਂਕਿ ਜਿਵੇਂ ਮਾਲਕ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜਿਹਨੇ ਆਪਣੇ ਹੁਕਮ ਦੇ ਨਾਲ, ਕੁਵਾਉ ਦੀ ਬੋਲੀ ਦੇ ਨਾਲ ਆਪਣੇ ਵਿੱਚੋਂ ਇਹ ਸਾਰਾ ਸੰਸਾਰ ਪੈਦਾ ਕੀਤਾ, ਤੇ ਉਹਨਾਂ ਦੀ ਵਡਿਆਈ ਬ੍ਰਹਮ ਗਿਆਨੀਆਂ ਦੀ ਮਹਾਰਾਜ ਕਰ ਰਹੇ ਆ ਕਿ ਇਹ ਵੀ ਸਾਰੀ ਸ੍ਰਿਸ਼ਟੀ ਦੇ ਕਰਮਹਾਰ ਆ। ਕਿਉਂਕਿ ਜਿਹੜੇ ਜੀਵ ਐਸੇ ਗੁਰਮੁਖਾਂ ਦੀ ਸੰਗਤ ਕਰਦੇ ਆ, ਉਹ ਫਿਰ ਆਪਾਂ ਨੂੰ ਭੁੱਲੇ ਹੋਏ ਇਨਸਾਨਾਂ ਨੂੰ ਆਪਣੇ ਜੀਵਨ ਦੀ ਸੇਧ ਦੇ ਕੇ, ਜੋ ਆਪਾਂ ਆਪਣੇ ਮਾਲਕ ਦੇ ਵਿੱਚ ਅਭੇਦ ਕਿਵੇਂ ਹੋਣਾ, ਕਿਵੇਂ ਉਸ ਤੋਂ ਸਾਡਾ ਵਿਛੋੜਾ ਪਿਆ, ਕਿਵੇਂ ਅਸੀਂ ਆਪਣੇ ਮੂਲ ਨੂੰ ਭੁੱਲ ਜਾਂਦੇ ਹਾਂ, ਕਿਸ ਤਰ੍ਹਾਂ ਅਸੀਂ ਉਸ ਮਾਲਕ ਨੂੰ, ਜਿਹਨੇ ਮਾਤਾ ਦੇ ਗਰਭ ਦੇ ਅੰਦਰ ਸਾਡੀ ਪਾਲਣਾ ਪੋਸ਼ਣਾ ਕੀਤੀ ਆ, ਜਿਹਦੇ ਬਾਰੋਂ ਅਸੀਂ ਹਰ ਰੋਜ਼ ਨਿਤਨੇਮ ਦੀਆਂ ਬਾਣੀਆਂ 'ਚ ਪਾਤਸ਼ਾਹ ਦੇ ਵਚਨ ਪੜ੍ਹਦੇ ਸੁਣਦੇ ਹਾਂ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ। ਮਨੋਂ ਕਿਉਂ ਵਿਸਾਰੀ ਹੈ, ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਿ ਜਿਹੜੇ ਮਾਲਕ ਪਰਮਾਤਮਾ ਨੇ ਸਾਨੂੰ ਮਾਤਾ ਦੇ ਗਰਭ ਦੀ ਅਗਨ ਤੋਂ ਬਚਾ ਕੇ ਰੱਖਿਆ ਤੇ ਉੱਥੇ ਸਾਨੂੰ ਭੋਜਨ ਦਿੰਦਾ ਰਿਹਾ, ਪਾਤਸ਼ਾਹ ਸਾਨੂੰ ਯਾਦ ਕਰਵਾ ਰਹੇ ਆ ਕਿ ਉਸ ਆਪਣੇ ਮਾਲਿਕ ਨੂੰ ਕਿਉਂ ਭੁੱਲ ਗਏ। ਫਿਰ ਜਿਹੜੇ ਬ੍ਰਹਮ ਦੀ ਅਵਸਥਾ ਰੱਖਣ ਵਾਲੇ ਜੀਵ ਆ, ਉਹ ਫਿਰ ਸਾਡੇ ਜੀਵਨ ਦੀ ਜਿਹੜੀ ਢਾਲ ਆ, ਉਹ ਐਸੀ ਬਣਾ ਦਿੰਦੇ ਆ, ਸਾਨੂੰ ਭੁੱਲਿਆ ਹੋਇਆਂ ਨੂੰ ਉਸ ਮਾਲਿਕ ਦਾ, ਸਾਡੇ ਮੂਲ ਦਾ, ਸਾਡੇ ਜੀਵਨ ਦੇ ਫਰਜ਼ ਕੀ ਆ, ਸਾਨੂੰ ਇਹ ਮਨੁੱਖਾ ਜਿਹੀ ਕਾਹਦੇ ਵਾਸਤੇ ਮਿਲੀ ਆ, ਇਹ ਉੱਤਮ ਜੋਨ ਕਿਉਂ ਆ, ਇਹ ਸਾਰਾ ਪਰਮਾਤਮਾ ਦਾ ਗਿਆਨ ਦੇ ਕੇ ਫਿਰ ਇਹ ਸਾਡੇ ਜੀਵਨ ਦੀ ਜਿਹੜੀ ਘਾਟ ਆ ਉਹ ਘਟਦੇ ਆ। ਪਾਤਸ਼ਾਹ ਸਮਝਾ ਰਹੇ ਆ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਹੁਣ ਪਾਤਸ਼ਾਹ ਸਮਝਾ ਰਹੇ ਆ, ਬ੍ਰਹਮ ਦੀ ਅਵਸਥਾ ਰੱਖਣ ਵਾਲੇ ਜਿਹੜੇ ਜੀਵ ਆ, ਉਹ ਸਦਾ ਜੀਂਦੇ ਰਹਿੰਦੇ ਆ, ਉਹ ਮਰਦੇ ਨਹੀਂ। ਇੱਥੇ ਆਪਾਂ ਕਈ ਵਾਰ ਐਸੇ ਭਰਮ ਦੇ ਅੰਦਰ ਨਾ ਚਲੇ ਜਾਈਏ ਕਿ ਉਹ ਸਰੀਰਕ ਮੌਤ ਨਹੀਂ ਆਉਂਦੀ, ਕਿਉਂਕਿ ਇਹ ਤਾਂ ਕਰਤੇ ਪੁਰਖ ਨਿਰੰਕਾਰ ਦਾ ਇੱਕ ਕਾਨੂੰਨ ਆ। ਜਿਹੜਾ ਵੀ ਇਨਸਾਨ ਇਸ ਸੰਸਾਰ ਦੇ ਅੰਦਰ ਆਕਾਰ ਦੇ ਅੰਦਰ ਪੈਦਾ ਹੋਇਆ, ਉਹਦਾ ਇੱਕ ਦਿਨ ਅੰਤ ਹੋਣਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਗੁਰੂ ਅਵਤਾਰ ਔਲੀਏ ਪੀਰ ਪੈਗੰਬਰ, ਜਿਨ੍ਹਾਂ ਨੂੰ ਪਰਮਾਤਮਾ ਨੇ ਆ ਸੰਸਾਰ ਦੇ ਅੰਦਰ, ਸੰਸਾਰ ਨੂੰ ਸੋਝੀ ਦੇਣ ਵਾਸਤੇ ਆਕਾਰ ਰੂਪ ਦੇ ਅੰਦਰ ਭੇਜਿਆ, ਉਹ ਵੀ ਸਮਾਂ ਪਾ ਕੇ ਸਰੀਰ ਤੋਂ, ਆਕਾਰ ਤੋਂ ਪਾਸੇ ਹੋ ਕੇ ਇਹ ਸੰਸਾਰ ਤੋਂ ਗਏ।
ਇਸੇ ਤਰ੍ਹਾਂ ਫਿਰ ਜਿਹੜੇ ਬ੍ਰਹਮ ਗਿਆਨੀ ਦੀ ਅਵਸਥਾ ਰੱਖਣ ਵਾਲੇ ਜੀਵ ਆ ਉਹ ਕਿਵੇਂ ਸਦਾ ਜਿਉਂਦੇ ਆ? ਕਿਉਂਕਿ ਉਹ ਆਤਮਕ ਮੌਤ ਨਹੀਂ ਮਰਦੇ। ਜਿਵੇਂ ਆਮ ਇਨਸਾਨ ਹਰ ਪਲ ਜਿਉਂਦਾ ਮਰਦਾ, ਕਿਤੇ ਦੁੱਖਾਂ ਦੇ ਅੰਦਰ ਕਿਤੇ ਸੁੱਖਾਂ ਦੇ ਅੰਦਰ। ਆਪਾਂ ਸੁਭਾਵਕ ਕਿਸੇ ਨੂੰ ਪੁੱਛ ਲਓ ਕਿ ਕੀ ਹਾਲ ਆ ਜੀ, ਅੱਗੋਂ ਆਵਾਜ਼ ਆਉਂਦੀ ਕਹਿੰਦੇ ਜੀ ਚੜ੍ਹਦੀ ਕਲਾ। 10 ਮਿੰਟ ਬਾਅਦ ਫੇਰ ਪੁੱਛ ਲਓ ਕਹਿੰਦੇ ਜੀ ਕਾਹਦਾ ਹਾਲ ਆ, ਬਹੁਤ ਦੁਖੀ। ਕਿਉਂਕਿ ਇਨਸਾਨ ਆਤਮਕ ਰਸ ਨਾ ਹੋਣ ਕਰਕੇ, ਆਤਮਕ ਗਿਆਨ ਨਾ ਹੋਣ ਕਰਕੇ, ਆਤਮਕ ਅਡੋਲਤਾ ਨਾ ਹੋਣ ਕਰਕੇ, ਉਸ ਪ੍ਰਭੂ ਦੀ ਕਿਰਪਾ ਦੇ ਪਾਤਰ ਨਾ ਹੋਣ ਕਰਕੇ, ਉਸ ਪਰਮਾਤਮਾ ਦੀ ਸ਼ਰਨ 'ਚ ਨਾ ਜਾਣ ਕਰਕੇ ਜਿਉਂਦੇ ਮਰਦੇ ਰਹਿੰਦੇ ਆ ਥੋੜ੍ਹੇ ਥੋੜ੍ਹੇ ਪਲ ਬਾਅਦ। ਫਿਰ ਜਿਹੜੇ ਐਸੇ ਬ੍ਰਹਮ ਦੀ ਅਵਸਥਾ ਰੱਖਣ ਵਾਲੇ ਜੀਵ ਆ ਉਹ ਹਰ ਸਮੇਂ ਅਡੋਲ ਅਵਸਥਾ ਦੇ ਅੰਦਰ ਰਹਿੰਦੇ ਆ। ਉਹ ਹਮੇਸ਼ਾ ਆਪਣੇ ਮਾਲਕ ਪਰਮਾਤਮਾ ਦੀ ਸ਼ਰਨ 'ਚ ਰਹਿੰਦੇ ਆ, ਜਿੱਥੇ ਉਹਨਾਂ ਨੂੰ ਕੋਈ ਤੱਤੀ ਵਾਉ ਨਹੀਂ ਲੱਗਦੀ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਿੰਨਾ ਚਿਰ ਸੰਸਾਰ 'ਚ ਰਹਿੰਦੇ ਆ ਆਤਮਕ ਅਡੋਲਤਾ ਦੇ ਅੰਦਰ ਰਹਿੰਦੇ ਆ। ਜਦੋਂ ਸਰੀਰ ਤੋਂ ਪਾਸੇ ਹੁੰਦੇ ਆ ਆਪਣੇ ਮੂਲ ਦੇ ਅੰਦਰ ਅਭੇਦ ਹੋ ਕੇ ਉਹਦਾ ਹੀ ਰੂਪ ਹੋ ਜਾਂਦੇ ਆ। ਜਿਹੜੇ ਦੂਸਰੇ ਜੀਵ ਆ ਉਹ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੇ ਅੰਦਰ ਜੰਮਦੇ ਮਰਦੇ ਰਹਿੰਦੇ ਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਬਿਰਧ ਆ, ਕਾਨੂੰਨ ਆ ਕੁਦਰਤ ਦਾ, ਉਹ ਪਾਤਸ਼ਾਹ ਗੁਰਬਾਣੀ ਅੰਦਰ ਆਪਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਇਨਸਾਨ ਦਾ ਅੰਤਲਾ ਸਵਾਸ ਆਉਂਦਾ, ਜਦੋਂ ਸਾਡੀ ਇਹ ਸਰੀਰ ਦੇ ਨਾਲੋਂ ਗੰਢ ਖੁੱਲ੍ਹਦੀ ਹੈ, ਜਦੋਂ ਸਾਨੂੰ ਅੱਗਾ ਦਿਸਣਾ ਸ਼ੁਰੂ ਹੋ ਜਾਂਦਾ, ਜਿਹੜੇ ਪਾਸੇ ਨੂੰ ਸਾਡਾ ਧਿਆਨ ਚਲਿਆ ਗਿਆ ਉਹੀ ਸਰੀਰ ਕਾਇਆਂ ਦਾ ਕੱਪੜ ਸਾਡੇ 'ਤੇ ਹੋਰ ਦੇ ਦਿੱਤਾ ਜਾਂਦਾ। ਕਿਉਂਕਿ ਜਿਹੜਾ ਆਪਣਾ ਮਨ ਇਹ ਨਹੀਂ ਮਰਦਾ, ਇਹ ਤਾਂ ਸਿਰਫ ਕੱਪੜਾ ਬਦਲਦਾ ਕਾਇਆਂ ਦਾ। ਜੇ ਤਾਂ ਸੰਸਾਰ ਵੱਲ ਧਿਆਨ ਤਾਂ ਉਹੋ ਜਿਹਾ ਕੱਪੜਾ ਮਿਲ ਜੂਗਾ। ਜੇ ਸਾਡਾ ਪ੍ਰਭੂ ਪਰਮੇਸ਼ਵਰ ਦੇ ਵੱਲ ਧਿਆਨ ਹੈ ਫਿਰ ਅਸੀਂ ਉਹਦੇ 'ਚ ਅਭੇਦ ਹੋ ਕੇ ਉਹਦਾ ਹੀ ਰੂਪ ਹੋ ਜਾਂਦੇ ਹਾਂ। ਤਾਂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਪਰ ਹੁਣ ਇਸ ਅਵਸਥਾ 'ਚ ਪਹੁੰਚਣ ਦੇ ਵਾਸਤੇ ਗੁਰੂ ਮਤ ਤੋਂ ਬਗੈਰ ਬੜੀ ਕਠਿਨਾਈ ਹੈ। ਲੋਕ ਬੜੇ ਯਤਨ ਕਰਦੇ ਆ, ਉਹ ਆਪਦੀ ਸਿਆਣਪ ਦੇ ਨਾਲ ਇਸ ਭਵ ਸਾਗਰ ਸੰਸਾਰ ਨੂੰ ਤਰਨਾ ਚਾਹੁੰਦੇ ਆ, ਇਹ ਸੰਸਾਰ ਦੇ ਅੰਦਰ ਸੁਖੀ ਹੋਣਾ ਚਾਹੁੰਦੇ ਆ, ਪਰ ਖੇਲ ਉਲਟ ਹੁੰਦਾ ਜਾ ਰਿਹਾ। ਇਸੇ ਕਰਕੇ ਪਾਤਸ਼ਾਹ ਫਿਰ ਆਪਾਂ ਨੂੰ ਗੁਰਬਾਣੀ ਅੰਦਰ ਇਹ ਗਿਆਨ ਦਿੰਦੇ ਨੇ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਅੰਦਰ ਇਹ ਗਿਆਨ ਦਿੰਦੇ ਆ ਕਿ ਇਹ ਭਾਈ ਤੁਹਾਡੀ ਸੁਰਤੀ ਦਾ ਮਾਰਗ ਹੈ। ਜਿੰਨਾ ਚਿਰ ਤੁਹਾਡੀ ਸੁਰਤੀ ਇਹ ਸੰਸਾਰ ਦੇ ਵਿਚਾਰਾਂ ਦੇ ਭਵ ਸਾਗਰ ਦੇ ਅੰਦਰ ਰਹੇਗੀ, ਉਨਾ ਚਿਰ ਤੁਸੀਂ ਮਾਲਕ ਜੋ ਪਰਮਾਤਮਾ ਤੁਹਾਡੇ ਇਸੇ ਸਰੀਰ ਦੇ ਅੰਦਰ ਮਹਿਲ ਦੇ ਅੰਦਰ ਬੈਠਾ, ਤੁਸੀਂ ਉਹਦੇ ਕੋਲੇ ਜਾ ਕੇ ਉਹਦੇ ਮਿਲਾਪ ਦਾ ਆਨੰਦ ਨਹੀਂ ਮਾਣ ਸਕਦੇ। ਇੱਕ ਜਗ੍ਹਾ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਾਂ ਨੂੰ ਬੜਾ ਪਿਆਰ ਦੇ ਨਾਲ ਸਮਝਾਇਆ ਕਿ ਜਿੱਥੇ ਮਾਲਕ ਤੁਹਾਡੇ ਸਰੀਰ ਦੇ ਅੰਦਰ ਬੈਠਾ ਮਹਿਲ ਦੇ ਅੰਦਰ, ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ, ਉੱਥੇ ਰੁਕਾਵਟ ਹੈ। ਕੈਸੀ ਰੁਕਾਵਟ ਦੱਸੀ ਆ? ਪਾਤਸ਼ਾਹ ਕਹਿੰਦੇ ਦੁੱਖ ਦਰਵਾਜ਼ਾ, ਰੋਹ ਰਖਵਾਲਾ, ਆਸ ਅੰਦੇਸ਼ਾ ਦੋਏ ਪੱਟ ਜੜੇ। ਹੁਣ ਨਕਸ਼ਾ ਖਿੱਚ ਕੇ ਸਾਨੂੰ ਸਮਝਾ ਰਹੇ ਆ ਕਿ ਜਿਹੜੇ ਮਹਿਲ ਦੇ ਅੰਦਰ ਪਰਮਾਤਮਾ ਤੁਹਾਡੇ ਅੰਦਰ ਭਾਈ ਬੈਠਾ, ਜੇ ਤੁਸੀਂ ਉਸ ਮਹਿਲ ਦੇ ਅੰਦਰ ਜਾਣਾ ਚਾਹੁੰਦੇ ਹੋ ਤਾਂ ਉੱਥੇ ਦਰਵਾਜ਼ਾ ਜਿਹੜਾ ਲੱਗਿਆ ਹੋਇਆ, ਮਹਾਰਾਜ ਕਹਿੰਦੇ ਦੁੱਖਾਂ ਦਾ ਦਰਵਾਜ਼ਾ, ਦੁੱਖ ਦਰਵਾਜ਼ਾ, ਰੋਹ ਰਖਵਾਲਾ। ਆ ਸਾਡਾ ਜਿਹੜਾ ਕ੍ਰੋਧ ਆ ਇਹ ਰਖਵਾਲਾ ਬਣਿਆ ਖੜਾ ਦੁੱਖਾਂ ਦਾ। ਦੁੱਖ ਦਰਵਾਜ਼ਾ, ਰੋਹ ਰਖਵਾਲਾ,
आस अंदेशा दोए पट जड़े। उस महल दे जिहड़े दो तख्ते आ दरवाजे आ ਉਹ ਕਿਹੜੇ कहते, एक तो साडियां आशावां ਜਿਹੜੀਆਂ संसार ਦੇ अंदर ਰਹਿੰਦਿਆਂ जीव ਦੀਆਂ ਮੁੱਕਦੀਆਂ नहीं, अंदेसे ते साडे ਜਿਹੜੇ ਫਿਕਰ आ ਇਹ दो दरवाजे दसे गए आ ਉਹ महल ਦੇ। ਤੇ ਅੱਗੇ ਪਾਤਸ਼ਾਹ ਉਦਾਹਰਣ ਦੇ ਕੇ ਸਮਝਾ ਰਹੇ ਆ, ਕਹਿੰਦੇ ਮਾਇਆ ਜਲ ਖਾਈ ਆਸਣ ਘਰ ਬੰਧਿਆ, ਸੱਤ ਕੇ ਆਸਣ ਪੁਰਖ ਰਹੇ। ਜਿਵੇਂ ਪ੍ਰਾਤਨ ਆਪਾਂ ਵੇਖਦੇ ਹਾਂ ਅੱਜ ਵੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਉਹਨਾਂ ਦੇ ਕਿਲੇ ਬਣਾਏ ਹੁੰਦੇ। ਪਹਿਲਾਂ ਕਿਲਿਆਂ ਦੀਆਂ 2-2 3-3 ਕੰਧਾਂ ਕੀਤੀਆਂ ਹੁੰਦੀਆਂ ਤੇ ਉਦੋਂ ਬਾਅਦ ਫਿਰ ਇੱਕ ਟੋਆ ਪੱਟਿਆ ਜਾਂਦਾ ਜਿਹਨੂੰ ਖਾਈ ਕਹਿੰਦੇ ਆ। ਉਸ ਖਾਈ ਦੇ ਅੰਦਰ ਪਾਣੀ ਛੱਡ ਦਿੱਤਾ ਜਾਂਦਾ ਕਿ ਜੇ ਦੁਸ਼ਮਣ ਹਮਲਾ ਕਰੇ ਪਹਿਲਾਂ ਤਾਂ ਉਹ ਜਿਹੜੀ ਆ ਪਾਣੀ ਵਾਲੀ ਖਾਈ ਆ ਇਹਦੇ ਅੰਦਰ ਡਿੱਗੇ ਤੇ ਉਦੋਂ ਬਾਅਦ ਫਿਰ 2-3 ਕੰਧਾਂ ਕੱਢੀਆਂ ਹੁੰਦੀਆਂ, ਫੇਰ ਕਿਤੇ ਜਾ ਕੇ ਕਿਲੇ ਦੇ ਅੰਦਰ ਇਨਸਾਨ ਪ੍ਰਵੇਸ਼ ਹੋ ਸਕਦੇ ਹੁੰਦੇ। ਅੱਜ ਵੀ ਆਪਾਂ ਵੇਖਦੇ ਹਾਂ ਜਿਹੜੇ ਫੌਜ ਵਾਲੇ ਆ ਜਿੱਧਰੋਂ ਦੁਸ਼ਮਣ ਦਾ ਖਤਰਾ ਹੁੰਦਾ ਉਧਰ ਖਾਈਆਂ ਪੁੱਟ ਦਿੰਦੇ ਆ, ਬਰੂਦੀ ਸੁਰੰਗਾਂ ਲਾਉਂਦੇ ਆ ਤਾਂ ਕਿ ਦੁਸ਼ਮਣ ਸਾਡੇ ਤੱਕ ਪਹੁੰਚ ਨਾ ਸਕੇ। ਇੱਧਰ ਹੁਣ ਪਾਤਸ਼ਾਹ ਸਮਝਾ ਰਹੇ ਆ ਕਿ ਭਾਈ ਉਸ ਮਹਿਲ ਦੇ ਅੱਗੇ ਕੈਸਾ ਹੈ, ਜੇ ਤੁਸੀਂ ਪ੍ਰਮਾਤਮਾ 'ਚ ਅਭੇਦ ਹੋਣਾ ਚਾਹੁੰਦੇ ਆ ਤਾਂ ਇਹ ਗੱਲਾਂ ਦਾ ਤੁਹਾਨੂੰ ਗਿਆਨ ਲੈਣਾ ਪਊਗਾ। ਮਾਇਆ ਜਲ ਖਾਈ ਆਸਣ ਪਾਣੀ ਘਰ ਬੰਧਿਆ, ਸੱਤ ਕੇ ਆਸਣ ਪੁਰਖ ਰਹੇ। ਉਸ ਮਹਿਲ ਦੇ ਅੱਗੇ ਇੱਕ ਖਾਈ ਆ ਮਾਇਆ ਦਾ ਹੀ ਜਿਹੜਾ ਖੇਲ ਆ, ਚਮਕ ਦਮਕ ਹੈ ਮਾਇਆ ਦੀ ਜਿਹੜੀ ਸਾਡੇ ਸਰੀਰ ਮਨ ਨੂੰ ਹਮੇਸ਼ਾ ਖਿੱਚ ਕੇ ਰੱਖਦੀ ਹੈ ਸੰਸਾਰ ਦੇ ਵੱਲ। ਆ ਪਾਣੀ ਘਰ ਬੰਧਿਆ, ਉਸ ਖਾਈ ਦੇ ਅੰਦਰ ਜਿਹੜਾ ਆ ਵਿਸ਼ੇ ਵਿਕਾਰਾਂ ਦਾ ਪਾਣੀ ਹੈ ਉਹ ਭਰਿਆ ਖੜਾ। ਸੱਤ ਕੇ ਆਸਣ ਪੁਰਖ ਰਹੇ। ਇਦੋਂ ਅੱਗੇ ਫਿਰ ਜਿਹੜਾ ਸੱਚ ਦਾ ਆਸਣ ਹੈ ਜਿੱਥੇ ਕਰਤਾ ਪੁਰਖ ਉਸ ਮਹਿਲ ਦੇ ਅੰਦਰ ਬੈਠਾ। ਹੁਣ ਜੇ ਇਹ ਚੀਜ਼ਾਂ ਨੂੰ ਤੁਸੀਂ ਪਾਰ ਕਰੋਗੇ ਫੇਰ ਉਸ ਬ੍ਰਹਮ ਅਵਸਥਾ ਦਾ ਤੁਹਾਨੂੰ ਭੇਦ ਆਊਗਾ, ਉਹ ਤੁਹਾਨੂੰ ਮਾਲਕ ਬਖਸ਼ਿਸ਼ ਕਰਨਗੇ ਬ੍ਰਹਮ ਦੇ ਗਿਆਨ ਦੀ। ਦੁੱਖ ਦਰਵਾਜ਼ਾ, ਹੁਣ ਇਨਸਾਨ ਜਦੋਂ ਇਸ ਰਸਤੇ ਤੁਰਦੇ ਆ ਸਾਡੇ ਜੀਵਨ ਦੇ ਅੰਦਰ ਕਈ ਵਾਰ ਦੁੱਖ ਆਉਂਦੇ ਆ। ਜੀ ਤੋਂ ਬਹੁਤ ਜੀਵ ਘਬਰਾਉਂਦਾ ਕਿਉਂਕਿ ਦੁੱਖ ਝੱਲਣਾ ਬੜਾ ਔਖਾ, ਸੌਖਾ ਨਹੀਂ ਹੈ। ਕਈ ਵਾਰ ਤਾਂ ਐਸੇ ਵੀ ਸਾਨੂੰ ਭਰਮ ਪਾ ਦਿੱਤੇ ਜਾਂਦੇ ਆ, ਬਹੁਤ ਐਸੇ ਜਗਿਆਸੂ ਮਿਲਦੇ ਉਹ ਕਹਿੰਦੇ ਕਿ ਜਦੋਂ ਦਾ ਧਰਮ ਦੇ ਰਸਤੇ ਚੱਲੇ ਆ, ਪਰਮਾਤਮਾ ਦੀ ਬੰਦਗੀ ਕਰਨ ਲੱਗੇ ਆ, ਸਾਡੇ ਜੀਵਨ ਦੇ ਅੰਦਰ ਦੁੱਖ ਆ ਰਹੇ ਆ। ਤੇ ਕਿਸੇ ਇਨਸਾਨ ਨੇ ਉਹਨਾਂ ਨੂੰ ਭਰਮ ਦੇ ਅੰਦਰ ਵੀ ਪਾਇਆ ਹੁੰਦਾ ਕਿ ਭਾਈ ਤੁਸੀਂ ਇਹ ਪਰਮਾਤਮਾ ਦੀ ਬੰਦਗੀ ਕਰਨ ਲੱਗੇ ਤਾਂ ਤੁਹਾਨੂੰ ਦੁੱਖ ਆ ਰਹੇ ਆ। ਹੁੰਦਾ ਉਲਟਾ ਇੱਦੋਂ, ਕਿਉਂਕਿ ਮਾਲਕ ਫਿਰ ਜੀਵ ਤੇ ਕਿਰਪਾ ਕਰਦਾ। ਜਿਹੜੇ ਬਹੁਤ ਵੱਡੇ ਵੱਡੇ ਦੁੱਖ ਹੁੰਦੇ ਆ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ ਸੇਵਾ ਸਿਮਰਨ ਬੰਦਗੀ ਕਰਦੇ ਆ, ਉਹ ਮਾਲਕ ਨੇ ਛੋਟੇ ਛੋਟੇ ਕਰਕੇ ਸਾਡੇ ਕੱਟਣੇ ਹੁੰਦੇ ਆ। ਜੇ ਤਾਂ ਕੋਈ ਵਧੀਆ ਟੀਚਰ ਮਿਲ ਗਿਆ ਉਹਨੇ ਇਹ ਸਮਝਾਤਾ ਕਿ ਭਾਈ ਦੁੱਖ ਆ ਨਹੀਂ ਰਹੇ, ਤੇਰੇ ਜੀਵਨ ਦੇ ਅੰਦਰ ਬਹੁਤ ਵੱਡੇ ਵੱਡੇ ਦੁੱਖ ਆਉਣ ਵਾਲੇ ਸਨ। ਜੋ ਮਾਲਕ ਦੀ ਤੂੰ ਸੇਵਾ ਸਿਮਰਨ ਬੰਦਗੀ ਕਰਦਾ ਹੈ ਛੋਟੇ ਛੋਟੇ ਕਰਕੇ ਕੱਟੇ ਜਾ ਰਹੇ ਆ। ਉਹ ਤਾਂ ਫਿਰ ਇਹ ਦੁੱਖਾਂ ਨੂੰ ਫਿਰ ਦੁੱਖ ਨਹੀਂ ਮੰਨਦਾ ਤੇ ਅੱਗੇ ਨੂੰ ਤੁਰਿਆ ਜਾਂਦਾ। ਦੁੱਖ ਦਰਵਾਜ਼ਾ, ਰੋਹ ਰਖਵਾਲਾ। ਤੇ ਫਿਰ ਇਨਸਾਨ ਨੂੰ ਇੱਕ ਕ੍ਰੋਧ ਚੜ੍ਹਦਾ ਬਹੁਤ। ਅੱਜ ਆਪਾਂ ਵੇਖਿਆ ਨਾ ਕਈ ਵਾਰ ਅਸੀਂ ਕਿਸੇ ਚੀਜ਼ ਦਾ ਨਿਸ਼ਾਨਾ ਮਿਸ ਕੇ ਗੁਰੂ ਘਰੇ ਆਉਣਾ ਸ਼ੁਰੂ ਕਰਤਾ ਵੀ ਅਸੀਂ ਗੁਰਦੁਆਰੇ ਆਵਾਂਗੇ, ਸੇਵਾ ਕਰਾਂਗੇ, ਬਾਣੀ ਦੇ ਪਾਠ ਕਰਾਂਗੇ, ਸਾਡੀ ਆਹ ਮੰਗ ਪੂਰੀ ਹੋਣੀ ਚਾਹੀਦੀ ਹੈ। ਜੇ ਕਿਤੇ ਨਹੀਂ ਹੁੰਦੀ ਤਾਂ ਫਿਰ ਅਸੀਂ ਬਹੁਤ ਸਾਰਾ ਇਤਰਾਜ਼ ਵੀ ਕਰਦੇ ਹਾਂ, ਸਾਨੂੰ ਪਰਮਾਤਮਾ ਤੇ ਵੀ ਕ੍ਰੋਧ ਚੜ੍ਹਨਾ ਸ਼ੁਰੂ ਹੋ ਜਾਂਦਾ। ਤੇ ਜਿਹੜੇ ਫਿਰ ਬ੍ਰਹਮ ਦੀ ਅਵਸਥਾ ਵਾਲੇ ਲੋਕ ਆ ਉਹਨਾਂ ਬਾਰੋਂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ,
ਕੰਚਨ ਮਾਟੀ ਮਾਨੈ। ਉਸਤਤ ਨਿੰਦਿਆ ਦੋ ਤਿਆਗੈ, ਲੋਭ ਮੋਹ ਅਭਿਮਾਨਾ। ਹਰਖ ਤੋਗ ਤੇ ਰਹੇ ਨਿਆਰਾ, ਨਾਹੇ ਮਾਨ ਅਪਮਾਨਾ। ਜਿੰਨਾ ਚਿਰ ਸਾਡੀ ਉੱਥੋਂ ਤੱਕ ਪਹੁੰਚ ਨਹੀਂ, ਅਸੀਂ ਦੁੱਖਾਂ 'ਚ ਵੀ ਘਿਰਦੇ ਹਾਂ, ਕ੍ਰੋਧ ਵੀ ਚੜ੍ਹਦਾ, ਅਸ਼ਾਵਾਂ ਵੀ ਬਹੁਤ ਨੇ। ਆਸ਼ ਅੰਦੇਸਾ ਦੋਏ ਪੱਟ ਜੜੇ, ਇਹ ਦੋ ਤਖਤੇ ਕਹਤੇ। ਬਹੁਤ ਸਾਰੀਆਂ ਇਨਸਾਨ ਦੀਆਂ ਅਸ਼ਾਵਾਂ ਹੁੰਦੀਆਂ, ਅੰਦੇਸੇ ਹੁੰਦੇ ਆ, ਸਹਿਮ ਹੁੰਦੇ ਆ। ਇਹ ਤਖਤੇ ਫਿਰ ਟੁੱਟਦੇ ਆ ਜਦੋਂ ਮਾਲਕ ਕਿਰਪਾ ਕਰਦਾ। ਆਸਾ ਭੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੈ। ਉਹ ਆਪਣੀਆਂ ਸੰਸਾਰੀ ਅਸ਼ਾਵਾਂ ਨੂੰ ਖਤਮ ਕਰਦਾ ਤੇ ਇੱਕੋ ਹੀ ਆਸ ਰੱਖਦਾ ਉਸ ਮਾਲਕ ਪਰਮਾਤਮਾ ਤੇ। ਤਾਂ ਸਤਿਗੁਰੂ ਪਾਤਸ਼ਾਹ ਫਿਰ ਸਮਝਾ ਰਹੇ ਆ ਕਿ ਜਦੋਂ ਹੌਲੀ ਹੌਲੀ ਜੀ ਮਿਹਨਤ ਕਰਦਾ ਹੈ, ਫਿਰ ਮਾਇਆ ਜਲ ਖਾਈ, ਪਾਣੀ ਘਰ ਬੰਨ੍ਹਿਆ, ਸੱਤ ਕੇ ਆਸਣ ਪੁਰਖ ਰਹੇ। ਆ ਜਿਹੜੀ ਸੰਸਾਰ ਦੀ ਮਾਇਆ ਦੀ ਖਾਈ ਆ, ਜਿੱਥੇ ਬੜੀ ਚਮਕ ਦਮਕ। ਦੇਖੋ ਸੰਸਾਰ 'ਚ ਮਾਇਆ ਦੀ ਕਿੰਨੀ ਚਮਕ ਦਮਕ। ਕਈ ਵਾਰ ਤਾਂ ਇਸ ਚਮਕ ਦਮਕ ਦੇ ਅੰਦਰ ਇਨਸਾਨ ਇੰਨਾ ਗੁਆਚ ਜਾਂਦਾ, ਉਹਨੂੰ ਆਪਣੇ ਆਪ ਦਾ ਤੇ ਆਪਣੇ ਮਾਲਕ ਦਾ ਚੇਤਾ ਹੀ ਨਹੀਂ ਰਹਿੰਦਾ। ਫਿਰ ਇਹ ਮਾਇਆ ਦੀ ਜਿਹੜੀ ਖਾਈ ਆ, ਜਿੱਥੇ ਵਿਕਾਰਾਂ ਦਾ ਪਾਣੀ ਭਰਿਆ ਖੜਾ, ਜਦੋਂ ਸ਼ਬਦ ਦਾ ਆਸਰਾ ਲੈ ਕੇ ਜੀਵ ਚੱਲਦਾ, ਆਪਦੀ ਸੁਰਤ ਇਹਨਾਂ ਤੋਂ ਪਾਰ ਕਰਦਾ, ਫੇਰ ਕਿਤੇ ਜਾ ਕੇ ਆਸਾ ਭੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੈ। ਸੰਸਾਰ ਦੀਆਂ ਇਛਾਵਾਂ ਆਪਣੇ ਆਪ ਖਤਮ ਹੋਣੀਆਂ ਸ਼ੁਰੂ ਹੁੰਦੀਆਂ, ਫੇਰ ਉਹ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਐਸੇ ਜੀਵਾਂ ਨੂੰ ਬ੍ਰਹਮ ਗਿਆਨੀ ਵੀ ਨਾਂ ਦਿੱਤਾ ਗਿਆ ਗੁਰਬਾਣੀ ਦੇ ਅੰਦਰ। ਤੇ ਇੱਥੇ ਪਾਰ ਕਰਨ ਵਾਸਤੇ ਇਹ ਸਾਰੇ ਜਿਹੜੇ ਰਸਤੇ ਆ, ਲੋੜ ਪੈਂਦੀ ਆ ਸਾਨੂੰ ਸੰਗਤ ਦੀ, ਗੁਰੂ ਦੇ ਗਿਆਨ ਦੀ, ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨ ਦੀ। ਨਹੀਂ ਤਾਂ ਸੰਸਾਰ ਗਿਆਨ ਹੋਣ ਦੇ ਬਾਵਜੂਦ ਵੀ ਹਾਂ ਮਾਇਆ ਦੀ ਚਮਕ ਦਮਕ ਦੇ ਅੰਦਰ ਇੰਨਾ ਜੀ ਫਸ ਜਾਂਦਾ ਕਿ ਇਹਨੂੰ ਭੇਦ ਹੀ ਨਹੀਂ ਲੱਗਦਾ ਸਾਰੀ ਜ਼ਿੰਦਗੀ ਕਿ ਮੇਰੇ ਜੀਵਨ ਦਾ ਕਾਰਜ ਕੀ ਹੈ। ਫਿਰ ਜਿਨ੍ਹਾਂ ਨੇ ਇਸ ਅਵਸਥਾ ਦੀ ਪ੍ਰਾਪਤੀ ਕੀਤੀ, ਪਾਤਸ਼ਾਹ ਕਿੱਡੀ ਵਡਿਆਈ ਦੇ ਰਹੇ ਆ ਪਰਮਾਤਮਾ ਦੇ ਬਰਾਬਰ ਦੀ, ਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਕਿ ਬ੍ਰਹਮ ਗਿਆਨੀ ਦੀ ਅਵਸਥਾ ਰੱਖਣ ਵਾਲੇ ਜਿਹੜੇ ਇਨਸਾਨ ਨੇ, ਉਹ ਸੰਸਾਰ ਦੇ ਅੰਦਰ ਆਪਣੇ ਵਰਗੇ ਜੀਵਾਂ ਨੂੰ ਮੁਕਤੀ ਦੀ ਜੁਗਤੀ ਦੇ ਦਾਤੇ ਬਣ ਜਾਂਦੇ ਆ। ਉਹ ਫਿਰ ਸਾਨੂੰ ਸਮਝਾਉਂਦੇ ਆ ਕਿ ਭਾਈ ਜ਼ੋਰ ਨਾਲ ਜੁਗਤੀ ਛੁੱਟੈ ਸੰਸਾਰ, ਤੁਸੀਂ ਜ਼ੋਰ ਨਾਲ ਨਹੀਂ, ਉਸ ਜੁਗਤ ਦੇ ਨਾਲ ਇਹ ਸੰਸਾਰ ਤੋਂ ਆਪਣਾ ਖੇੜਾ ਛੁਡਵਾ ਸਕਦੇ ਹੋ, ਇਹ ਭਵ ਸਾਗਰ ਸਮੁੰਦਰ ਤੋਂ ਪਾਰ ਹੋ ਸਕਦੇ ਹੋ। ਉਹ ਫਿਰ ਜੁਗਤ ਸਾਨੂੰ ਦੱਸਦੇ ਆ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਦੀ ਸਿੱਧਾਂ ਦੇ ਨਾਲ ਵਿਚਾਰ ਚੱਲ ਰਹੀ ਸੀ। ਇੱਕ ਸਿੱਧ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਦੁਨੀਆ ਦੁੱਤਰ ਸਾਗਰ ਕਹੀਏ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋਂ ਨਾਨਕ, ਦੇਹੋ ਸੱਚਾ ਵਿਚਾਰੋ। ਚਰਪਟ ਨਾਂ ਦੇ ਇੱਕ ਸਿੱਧ ਨੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਿਮਰਤਾ ਨਾਲ ਬੇਨਤੀ ਕੀਤੀ, ਵਿਚਾਰ ਗੋਸ਼ਟੀ ਕੀਤੀ ਕਿ ਸੱਚੇ ਪਾਤਸ਼ਾਹ, ਅੱਜ ਦਾ ਸੰਸਾਰ ਇਹ ਨਾ ਕਰਿਆ ਜਾਣ ਵਾਲਾ ਸਾਗਰ ਹੈ, ਇਹਦੇ ਵਿੱਚੋਂ ਜੀਵ ਕਿਵੇਂ ਪਾਰ ਹੋਵੇ। ਦੁਨੀਆ ਦੁੱਤਰ ਸਾਗਰ ਕਹੀਏ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋਂ ਨਾਨਕ, ਦੇਹੋ ਸੱਚਾ ਵਿਚਾਰੋ। ਫਿਰ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੀ ਉੱਤਰ ਦਿੱਤਾ, ਕੀ ਉਪਦੇਸ਼ ਦਿੱਤਾ। ਕਹਿੰਦੇ ਜੈਸੇ ਜਲ ਮੈਂ ਕਮਲ ਨਾਦਮ, ਮੁਰਗਾਈ ਨੇ ਸਾਣੇ, ਸ਼ਬਦ ਸੁਰਤ ਭਵ ਸਾਗਰ ਕਰੀਏ, ਨਾਨਕ ਨਾਮ ਵਖਾਣੇ। ਕਿ ਭਾਈ ਜਿਵੇਂ ਪਾਣੀ ਦੇ ਅੰਦਰ ਕਮਲ ਫੁੱਲ ਨਿਰਲੇਪ ਹੋ ਕੇ ਰਹਿੰਦਾ, ਮੁਰਗਾਬੀ ਆ, ਉਹ ਪਾਣੀ ਦੇ ਅੰਦਰੋਂ ਆਪਣੀ ਖੁਰਾਕ ਲੈਂਦੀ ਆ, ਪਾਣੀ ਦੇ ਅੰਦਰ ਕਰਦੀ ਆ। ਜਦੋਂ ਉਡਾਰੀ ਮਾਰਦੀ ਹੈ, ਇੱਕ ਬੂੰਦ ਨਹੀਂ ਚੁੱਕਦੀ, ਖੰਘ ਨਹੀਂ ਗਿੱਲੇ ਹੋਣ ਦਿੰਦੀ। ਤੁਸੀਂ ਵੀ ਆਪਣੀ ਸੁਰਤੀ ਨੂੰ ਸ਼ਬਦ ਔਰ ਸੁਰਤ ਦੁਆਰਾ ਇੰਨਾ ਉੱਚਾ ਚੁੱਕ ਲਓ
कि कमल फुल वर्गा तुहाडा जीवन बन जे ते मुरगाई वांगू तुसी भी ये संसार भव सागर चो पार होना सकलो। जैसे जल में कमल नरालम मुरगाई नी साणे, शब्द सुरत भव सागर तरिए नानक नाम बखाने। फिर वो जीव अपने वर्गे इंसानां नूं दिंदे आ भेद कि भाई खेल तुहाडी सुरत दा है, कि सुरती तुहाडी डुੱਬੀ होई आ अंदेशियां दे अंदर, आशावां दे अंदर, बेकारां दे अंदर, भव सागर दे अंदर विचारां दा जो चल रहा, इनू शब्द दा आसरा दे के आपदी सुरत नूं उपर चुको। जदों फिर आपां दसी हुई मर्यादा अनुसार वाहिगुरु गुरमंत्र दा अपनी आवाज़ ध्यान रख के सिमरन करते हैं, फिर हौली हौली साडी सुरत ये भव सागर तो पार हुंदी है। संसियां तो ते आशावां तो, विकारां तो, विचारां तो। ते ये फिर जिहड़े ब्रह्म ज्ञानी लोग ने, ब्रह्म की अवस्था रखण वाले लोग ने, ये दाते बन के ये आपां नूं फिर खेल समझाउंदे। ब्रह्म ज्ञानी मुक्त जुगत का दाता, ब्रह्म ज्ञानी पूर्ण पुरख विधाता। पातशाह गुरु अर्जन देव साहिब महाराज कहते वो पूर्ण बन जाते आ जीव, पूर्ण पुरख बन जाते आ, विधाता दातियां दे भी दाते बन जाते आ, ਜਿਹੜੇ फिर अपने वर्गे इंसानां नूं जीवन दान बख्शिश करते हैं। क्योंकि सारियां तो वड्डा दान है किसी नूं गुरु की मत द्वारा जीवन दान दे देना। हर का नाम धियाए सुन सबना नूं कर दान। उन्हां नूं फिर पातशाह वडियाई बख्श रहे हैं, कहंदे ब्रह्म ज्ञानी पूर्ण पुरख विधाता, ब्रह्म ज्ञानी अनाथ का नाथ। जिहड़े ब्रह्म ज्ञानी जीव ने, ब्रह्म की अवस्था रखण वाले जीव ने, वो अनाथां दे नाथ, गरीबां दे सहारे बनते आ, दुखी लोकां दे सहारे बनते आ। उन्हां कोले चाहे कोई पापी आवे, चाहे कोई पुन्नी आवे, कोई चोर आवे, कोई साध आवे, वो हरेक दा आसरा बनते आ। यही कारण है संसार के अंदर आपां वेखदे हां, जदों इंसान के सारे सहारे टुट जाते हैं। कुछ तां हुण हर के संत थोड़े आ, बाण नारस के ठग ज्यादा होने करके वो अमीर लोगों का सहारा बनते आ। अमीरां नाल ही उन्हां दी जानी आउणी आ, अमीरां दे घरां च ही आउणगे, गरीबां नूं तां विचारिआं नूं उत्थे बहुता वो मिलण दा भी कोशिश नहीं करते। कई जगह तो ऐसी भी आपां सुनते हैं कि गरीब लोगों की जात पात दीआं वंडियां पा के उन्हां दे लंगरां दे अंदर भांडे भी अड्ड कीते होए आ, जो कि गुरु नानक दी घर दी मर्यादा दे बिल्कुल उल्ट है। गुरु नानक दे घर ने संगत और पंगत नूं तरजीह दित्ती, पर अज्ञानता बस लोग अज भी उन्हां गल्लां तो दूर जाके भांडियां दी वंड करके रखते आ। ते जिथे बहुत सारे फिर बखेड़े भी खड़े हुंदे आ, वो ब्रह्म ज्ञानी नहीं है, वो तो बाण नारस के ठग कह सकते हैं आपां। ते पातशाह इत्थे समझा रहे हैं ब्रह्म ज्ञानी अनाथ का नाथ, वो तो उन्हां जीवां दा सहारा बनते आ जिन्हां दा संसार दे अंदर कोई नहीं हुंदा, जिन्हां नूं कोई आसरा नहीं हुंदा, जिन्हां दे बहुत माड़े कर्म होण। गुरु नानक पातशाह दा आपां इतिहास पढ़दे हां, कौडे वर्गे राक्षस, बली वर्गे कंधारी, सज्जन वर्गे ठग, जिन्हां दे बड़े माड़े कर्म सी उन्हां दा आसरा बने। ऐसा ही फिर ब्रह्म ज्ञानियों की अवस्था दस रहे हैं। ब्रह्म ज्ञानी अनाथ का नाथ, ब्रह्म ज्ञानी का सब ऊपर हाथ। पातशाह कहंदे जिवें मालिक सारे जीवां दे उपर अपना किरपा रूपी हथ रखदा, इसे तरह उहदे च अभेद होए वे जीव उहदा ही रूप जिहड़े हो जांदे आ, वो भी सारियां दे उपर अपना किरपा रूपी जिहड़ा हथ है वो रखदे आ। ब्रह्म ज्ञानी का सगल आकार, ब्रह्म ज्ञानी आप निरंकार। पातशाह हुण इत्थे समझा रहे हैं कि जिन्नी भी सृष्टि पैदा हुई है, जिहड़े ब्रह्म ज्ञान की अवस्था रखण वाले लोग आ,
ਉਹ ਜਿਵੇਂ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਨਾਲ ਪਿਆਰ ਕਰਦਾ, ਉਹ ਵੀ ਫਿਰ ਉਹਦਾ ਰੂਪ ਹੋਣ ਕਰਕੇ ਹੀ ਸਾਰਿਆਂ ਆਕਾਰਾਂ ਦੇ ਨਾਲ ਪਿਆਰ ਕਰਦੇ ਆ, ਸਾਰਿਆਂ ਨੂੰ ਆਪਣਾ ਸਮਝਦੇ ਆ, ਕਿਉਂਕਿ ਉਹਨਾਂ ਨੂੰ ਇਹ ਗਿਆਨ ਦਿੱਤਾ ਪਰਮਾਤਮਾ ਨੇ ਕਿ ਜੋ ਜੋ ਦਿਸੇ ਸੋ ਤੇਰਾ ਰੂਪ, ਕਿ ਆ ਜਿੰਨਾ ਵੀ ਸੰਸਾਰ ਆਪਾਂ ਵੇਖ ਰਹੇ ਹਾਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਆ, ਤੇ ਉਹ ਫਿਰ ਸਾਰਿਆਂ ਦੇ ਨਾਲ ਪਿਆਰ ਕਰਦੇ ਆ, ਸਾਰਿਆਂ ਨੂੰ ਪਰਮਾਤਮਾ ਦਾ ਰੂਪ ਸਮਝਦੇ ਆ। ਇਸੇ ਕਰਕੇ ਪਾਤਸ਼ਾਹ ਬਾਣੀ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਆ ਕਿ ਅੱਬਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਦੀ ਅਵਸਥਾ ਰੱਖਣ ਵਾਲੇ ਜਿਹੜੇ ਜੀਵ ਆ ਉਹ ਨਿਰੰਕਾਰ ਦਾ ਰੂਪ ਹੋ ਜਾਂਦੇ ਆ, ਤੇ ਉਹਨਾਂ ਤੇ ਪਰਮਾਤਮਾ ਦੇ ਅੰਦਰ ਕੋਈ ਭੇਦ ਨਹੀਂ ਰਹਿੰਦਾ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਹੁਣ ਪਾਤਸ਼ਾਹ ਸਮਝਾ ਰਹੇ ਆ ਕਿ ਬ੍ਰਹਮ ਗਿਆਨੀਆਂ ਦੀ ਸੋਭਾ ਕੌਣ ਜਾਣ ਸਕਦਾ, ਜਿਹੜੇ ਉਹਨਾਂ ਦੀ ਬਰਾਬਰ ਦੀ ਅਵਸਥਾ ਦੇ ਮਾਲਕ ਹੈ, ਜਿਨ੍ਹਾਂ ਨੂੰ ਬ੍ਰਹਮ ਬਾਰੇ ਗਿਆਨ ਹੀ ਨਹੀਂ ਹੈ। ਅੱਜ ਆਪਾਂ ਸੋਸ਼ਲ ਮੀਡੀਆ ਦਾ ਯੁੱਗ ਆ, ਦੇਖੋ ਪੁਰਾਣੇ ਸਾਧੂ ਸੰਤਾਂ ਮਹਾਤਮਾ ਦੇ ਕਿਵੇਂ ਮਖੌਲ ਉਡਾਏ ਜਾ ਰਹੇ ਆ। ਜਿਹੜੇ ਇਨਸਾਨ ਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਨਾ ਆਉਂਦਾ ਤੇ ਨਾ ਉਹਨਾਂ ਨੇ ਕਿਤੇ ਕੀਤਾ ਹੁੰਦਾ, ਤੇ ਪਰਮਾਤਮਾ ਦੀ ਬੰਦਗੀ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਇਹ ਤੋਂ ਤਾਂ ਬਹੁਤ ਦੂਰ ਹੁੰਦੇ ਆ। ਪਰ ਐਸਾ ਮਜ਼ਾਕ ਉਡਾਇਆ ਜਾ ਰਿਹਾ ਤੇ ਜਿਹਨੂੰ ਪੜ੍ਹ ਸੁਣ ਕੇ ਚੰਗੇ ਭਲੇ ਇਨਸਾਨ ਦੀ ਜਿਹੜੀ ਮੱਤ ਆ ਉਹ ਖਰਾਬ ਹੋਣ ਲੱਗ ਜਾਂਦੀ ਹੈ। ਹੁਣ ਪਾਤਸ਼ਾਹ ਇੱਥੇ ਸਮਝਾ ਰਹੇ ਆ ਕਿ ਇਸ ਖੇਡ ਨੂੰ ਬ੍ਰਹਮ ਗਿਆਨੀਆਂ ਦੀ, ਜਿਹੜੇ ਆਪ ਨਿਰੰਕਾਰ ਦਾ ਰੂਪ ਪਰਮਾਤਮਾ ਦਾ ਬਣ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆਪਾਂ ਨੂੰ, ਬ੍ਰਹਮ ਗਿਆਨੀ ਆਪ ਨਿਰੰਕਾਰ, ਉਹਨਾਂ ਦੀ ਹੁਣ ਸੋਭਾ ਨੂੰ ਕੌਣ ਜਾਣ ਸਕਦਾ। ਜੇ ਕੋਈ ਉਹਨਾਂ ਦੀ ਬਰਾਬਰ ਦੀ ਅਵਸਥਾ ਰੱਖਦਾ ਹੋਵੇ ਉਹੀ ਜਾਣ ਸਕੇਗਾ ਨਾ। ਨਹੀਂ ਤਾਂ ਤੁਸੀਂ ਵੇਖੋ ਅੱਜ ਆ ਜਿਹੜੇ ਸਿੱਖ ਧਰਮ ਦੇ ਬਹੁਤ ਸਾਰੇ ਪ੍ਰਚਾਰਕ ਕਿਵੇਂ ਆਪਣਾ ਜਲੂਸ ਕੱਢਦੇ ਆ ਸੋਸ਼ਲ ਮੀਡੀਆ ਤੇ, ਇੱਕ ਦੂਸਰੇ ਉੱਪਰ ਐਸੇ ਦੂਸ਼ਣ ਲਾਉਂਦੇ ਆ, ਤੇ ਦੁਨੀਆ ਦੇ ਅੰਦਰ ਤਮਾਸ਼ਾ ਬਣ ਰਿਹਾ ਵੀ ਸਿੱਖ ਧਰਮ ਦੇ ਪ੍ਰਚਾਰਕ ਨੇ, ਗੁਰੂ ਦੀ ਗੱਲ ਕਰਨ ਵਾਲੇ ਨੇ, ਇੰਨੀਆਂ ਨੀਵੀਆਂ ਗੱਲਾਂ ਇੱਕ ਦੂਸਰੇ ਪ੍ਰਤੀ ਕਰਦੇ ਆ ਜਿਹੜੀਆਂ ਆਮ ਇਨਸਾਨ, ਜਿਹੜੇ ਮਨਮੁਖਾ ਉਹ ਵੀ ਨਹੀਂ ਕਰਦੇ। ਇੱਥੇ ਹੁਣ ਪਾਤਸ਼ਾਹ ਸਮਝਾ ਰਹੇ ਆ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਖੀਰਲੀ ਪੰਕਤੀ ਚ ਸਮਝਾ ਰਹੇ ਆ ਕਿ ਇਹ ਨਾਨਕ ਬ੍ਰਹਮ ਗਿਆਨੀ ਤਾਂ ਸਾਰਿਆਂ ਨੂੰ ਧਨ ਦੇਣ ਵਾਲਾ। ਕਿਹੜਾ ਧਨ ਦਿੰਦੇ ਆ? ਉਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ ਉਸ ਪਰਮਾਤਮਾ ਦਾ ਨਾਮ ਰੂਪੀ ਧਨ ਦੀ ਬਖਸ਼ਿਸ਼ ਕਰਦੇ ਆ, ਪਰਮਾਤਮਾ ਨੂੰ ਉਸ ਮਾਲਕ ਦਾ ਪਿਆਰ ਬਖਸ਼ਿਸ਼ ਕਰਦੇ ਆ, ਸਾਡੇ ਅੰਦਰ ਉਸ ਪਰਮਾਤਮਾ ਪ੍ਰਤੀ ਸ਼ਰਧਾ ਪੈਦਾ ਕਰਦੇ ਆ। ਸਾਨੂੰ ਆ ਸੰਸਾਰ ਦੇ ਵਿੱਚੋਂ ਕਿਵੇਂ ਅਸੀਂ ਪਾਰ ਹੋ ਕੇ ਜੋ ਸਾਡੇ ਜੀਵਨ ਦਾ ਮਨੋਰਥ ਹੈ, ਭਈ ਪ੍ਰਾਪਤ ਮਾਨਸ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਪਰ ਰਹਿੰਦੇ ਨੇ ਹੋਣ ਨਜੀਕ ਖੁਦਾਈ ਦੇ ਭੇਦ ਨਾ ਕਿਸੇ ਦੇਣ। ਉਹ ਫਿਰ ਪਰਮਾਤਮਾ ਦੇ ਨੇੜੇ ਹੁੰਦੇ ਵੀ ਆਪਣਾ ਕਿਸੇ ਨੂੰ ਭੇਦ ਨਹੀਂ ਲੱਗਣ ਦਿੰਦੇ, ਕਿਉਂਕਿ ਉਹ ਹਮੇਸ਼ਾ ਅਕਾਲ ਪੁਰਖ ਪਰਮਾਤਮਾ ਦੇ ਨਾਲ, ਸਾਡੇ ਮੂਲ ਦੇ ਨਾਲ ਸਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ। ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ 8ਵੀਂ ਅਸ਼ਟਪਦੀ ਦੇ ਅੰਦਰ ਆਪਾਂ ਨੂੰ ਬ੍ਰਹਮ ਗਿਆਨੀ ਦੇ ਲੱਛਣ ਤੇ ਉਹਨਾਂ ਦੀ ਵਡਿਆਈ ਸਮਝਾਈ ਆ। ਸ਼ਲੋਕ ਸ਼ੁਰੂ ਹੀ ਇੱਥੋਂ ਕੀਤਾ ਸੀ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੀਖੈ ਏਕ ਸਗਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਤੇ ਕੱਲ ਨੂੰ ਆਪਾਂ ਫਿਰ ਅੱਗੇ 9ਵੀਂ ਅਸ਼ਟਪਦੀ ਦੀ ਸਤਿਗੁਰੂ ਪਾਤਸ਼ਾਹ ਕਿਰਪਾ ਰੱਖਣ ਵਿਚਾਰ ਆਰੰਭ ਕਰ ਲਾਂਗੇ। ਆਓ ਫਿਰ ਆਪਾਂ ਯਤਨ ਕਰੀਏ ਜੋ ਜ਼ਰੂਰੀ ਹੈ, ਜੋ ਅਸੀਂ ਆ ਗੁਰਬਾਣੀ ਅੰਦਰ ਪੜ੍ਹਦੇ ਸੁਣਦੇ ਵਿਚਾਰਦੇ ਹਾਂ,
ਇਹਨੂੰ ਪ੍ਰੈਕਟੀਕਲ ਰੂਪ ਦੇ ਅੰਦਰ ਦੇਖਣ ਵਾਸਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਇਸ ਸਰੀਰ ਦੇ ਅੰਦਰ ਸਾਡਾ ਜੋ ਮਾਲਕ ਬੈਠਾ ਬੋਲਦਾ ਉਹਦੀ ਆਵਾਜ਼ ਨੂੰ ਸੁਣੀਏ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਸ ਸਰੀਰ ਦੇ ਅੰਦਰ ਜੋ ਬਾਣੀ ਸਮਝਾ ਰਹੀ ਆ ਕਿ ਅੰਮ੍ਰਿਤ ਦਾ ਖੂਹ ਭਰ ਕੇ ਰੱਖਿਆ, ਅੰਤਰ ਕੁੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ, ਜੇ ਪਾਤਸ਼ਾਹ ਦੀ ਬਾਣੀ ਇਹ ਸਾਨੂੰ ਗਿਆਨ ਦੇ ਰਹੀ ਆ ਕਿ ਸਭ ਘਟਾਂ ਦੇ ਅੰਦਰ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਇਹਨਾਂ ਚੀਜ਼ਾਂ ਨੂੰ ਪ੍ਰਤੱਖ ਰੂਪ ਦੇ ਅੰਦਰ ਅਸੀਂ ਵੇਖਣਾ ਚਾਹੁੰਦੇ ਹਾਂ, ਆਨੰਦ ਮੰਨਣਾ ਚਾਹੁੰਦੇ ਹਾਂ, ਤਾਂ ਫਿਰ ਵੀ ਸਾਨੂੰ ਆਪੋ ਆਪਣਾ ਪ੍ਰੈਕਟੀਕਲ ਕਰਨਾ ਪੈਣਾ। ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ ਰਹਿਣ ਦੀ ਲੋੜ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਹਦੇ ਵਾਸਤੇ ਆਪਾਂ ਨੂੰ ਇਹ ਗੁਰਮੰਤਰ ਦਾ ਅਭਿਆਸ ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਵਿਧੀ ਅਨੁਸਾਰ ਕਰਨਾ ਪੈਣਾ ਕਿ ਅੰਤਰ ਸਵਾਸ ਜੇ ਵਾਹੇ ਮਿਲਾਵੇਂ ਨਿਕਸੇ ਵਹਿਰ, ਤਾਂ ਗੁਰੂ ਅੰਤਰ ਸਵਾਸ ਜੇ ਵਾਹੇ ਮਿਲਾਵੇਂ ਨਿਕਸੇ ਵਹਿਰ, ਤਾਂ ਗੁਰੂ ਅਲਾਵੇ। ਆਪਣੀ ਹੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਜਦੋਂ ਅਭਿਆਸ ਕਰਾਂਗੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨਗੇ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ